ਜਿਹੜੇ ਮਨੁੱਖ ਮੋਹ ਮਾਇਆ ਤੋਂ ਮਮਤਾ ਤੋਂ ਉੱਤੇ ਉੱਠੇ ਆ ਉਹੀ ਸੰਸਾਰ ਦੇ ਭਾਵ ਸਾਗਰ ਨੂੰ ਤਰੇ ਆ। ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਬ੍ਰਹਮ ਦਾ ਵਾਸਾ ਉਹਨਾਂ ਪੁਰਖਾਂ ਦੇ ਅੰਦਰ ਹੀ ਹੋਇਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਦੋਂ ਮਰਦਾਨੇ ਨੇ ਸਰੀਰ ਛੱਡਿਆ ਤੇ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਬਾਲੇ ਨੂੰ ਕਹਿਣ ਲੱਗੇ, ਬਾਲਿਆ ਐ ਤੂੰ ਅੱਧੀ ਚਾਦਰ ਬਾਲੇ ਨੇ ਪਾਈ ਤੇ ਅੱਧੀ ਚਾਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾ ਕੇ ਮਰਦਾਨੇ ਦਾ ਸੰਸਕਾਰ ਕੀਤਾ। ਸਾਰੇ ਜੀਵਨ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਰਤਨ ਕੀਤਾ, ਮਰਦਾਨੇ ਨੇ ਰਬਾਬ ਵਜਾਈ ਹੈ। ਰਬਾਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰੇ ਜੀਵਨ ਵਿੱਚ ਨਹੀਂ ਫੜੀ। ਜਦੋਂ ਮਰਦਾਨੇ ਦਾ ਸੰਸਕਾਰ ਕੀਤਾ, ਸਾਹਿਬਾਂ ਨੇ ਭਾਈ ਬਾਲੇ ਨੂੰ ਕਹਿਣ ਲੱਗੇ, ਬਾਲਿਆ ਤੂੰ ਅੱਜ ਰਬਾਬ ਸਾਨੂੰ ਫੜਾ। ਇੱਕ ਦਿਨ ਰਬਾਬ ਫੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ। ਰਬਾਬ ਫੜ ਕੇ ਮਰਦਾਨੇ ਤੋਂ ਆਪਣੇ ਹੱਥ ਨਾਲ ਗੱਜ ਫੇਰਿਆ, ਰਬਾਬ ਦੇ ਉੱਤੇ ਹੱਥ ਫੇਰਿਆ ਤੇ ਮਰਦਾਨੇ ਦੀ ਜਿਸਲੇ ਲਾਸ਼ ਤੋਂ ਸੰਸਕਾਰ ਤੋਂ ਬਾਅਦ ਸਤਿਗੁਰਾਂ ਨੇ ਫਿਰ ਇਹ ਸ਼ਬਦ ਪੜ੍ਹਿਆ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ, ਹੰਭੀ ਵਾਂਝਾਂ ਡੂਮਣੀ ਰੋਵਾਂ ਚੀਣੀ ਬਾਣ। ਇਹ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹ ਸ਼ਬਦ ਉਸ ਵੇਲੇ ਮਰਦਾਨੇ ਦੇ ਸੰਸਕਾਰ 'ਤੇ ਪੜ੍ਹਿਆ। ਔਰ ਸਾਧ ਸੰਗਤ ਜੀ, ਪਰਮੇਸ਼ਰ ਦੇ ਪਿਆਰਿਆਂ ਨੂੰ ਦਰਗਾਹ ਵਿੱਚ ਵੀ ਮਾਨਤਾ ਮਿਲ ਜਾਂਦੀ ਹੈ, ਸੰਸਾਰ ਦੇ ਲੋਕ ਵੀ ਉਹਨਾਂ ਲੋਕਾਂ ਨੂੰ ਮਾਨਤਾ ਦਿੰਦੇ ਆ। ਪਰ ਮਨੁੱਖ ਦੀਆਂ ਵਾਸ਼ਨਾਵਾਂ ਮਨੁੱਖ ਨੂੰ ਸੰਸਾਰ ਵਿੱਚ ਰੱਖ ਜਾਂਦੀਆਂ। ਅਗਲਾ ਜਨਮ ਮਨੁੱਖ ਨੂੰ ਕਿਹੜਾ ਮਿਲਣਾ ਕਿਹੜਾ ਨਹੀਂ ਮਿਲਣਾ ਇਹ ਕਿਸੇ ਨੇ ਤਾਂ ਆ ਕੇ ਨਹੀਂ ਦੱਸਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਪਵਿੱਤਰ ਬਾਣੀ, ਉਹਨਾਂ ਨੂੰ ਪੁੱਛੀਏ, ਬਾਣੀ ਨੂੰ ਪੁੱਛੀਏ, ਗੁਰੂ ਸਾਹਿਬਾਂ ਨੂੰ ਪੁੱਛੀਏ ਤਾਂ ਉਹ ਦੱਸਦੇ ਆ ਅਗਲਾ ਜਨਮ ਮਨੁੱਖ ਨੂੰ ਕਿਹੜਾ ਮਿਲੇਗਾ। ਭਾਵੇਂ ਮੁਸਲਮਾਨ ਅਗਲਾ ਜਨਮ ਨੂੰ ਨਹੀਂ ਮੰਨਦੇ, ਨਾ ਪੂਰਵ ਜਨਮ ਨੂੰ ਨਹੀਂ ਮੰਨਦੇ, ਤੇ ਬਾਬਾ ਫਰੀਦ ਸਾਹਿਬ ਜੀ ਇਸਲਾਮ ਧਰਮ ਨਾਲ ਸੰਬੰਧਿਤ ਸਨ। ਉਹਨਾਂ ਨੇ ਮੁਸਲਮਾਨ ਮਤ ਨੇ ਅੰਦਰ ਪੂਰਵ ਜਨਮ ਨੂੰ ਵੀ ਮੰਨਿਆ ਹੈ। ਤੇ ਅਗਲਾ ਜਨਮ ਕਿਹੜਾ ਪ੍ਰਾਪਤ ਹੋਣਾ ਹੈ ਉਹ ਗੁਰਬਾਣੀ ਨੇ ਸਪਸ਼ਟ ਅਰਥਾਂ ਦੇ ਅੰਦਰ ਹਰੇਕ ਮਨੁੱਖ ਨੂੰ ਸਮਝਾਉਣਾ ਕੀਤਾ। ਜੇ ਮਨੁੱਖ ਨੂੰ ਸੁਣਦਿਆਂ ਵੀ ਮਨੁੱਖ ਕਿਸੇ ਦੇ ਕਹਿੰਦਿਆਂ ਵੀ ਮਨੁੱਖ ਟੋਏ ਵਿੱਚ ਡਿੱਗ ਜਾਵੇ ਤਾਂ ਮਨੁੱਖ ਦੇ ਮਾੜੇ ਕਰਮ ਹੁੰਦੇ ਆ। ਸਾਰਾ ਜੀਵਨ ਜਿਸ ਗੱਲ ਨੂੰ ਮਨੁੱਖ ਸੋਚਦਾ ਹੈ, ਚਿਤਵਦਾ ਹੈ, ਅੰਤ ਸਮੇਂ 'ਤੇ ਵੀ ਮਨੁੱਖ ਉਸੇ ਗੱਲ ਨੂੰ ਚਿਤਵੇਗਾ। ਜਿਹੜੀ ਚੀਜ਼ ਨਾਲ ਸਾਰਾ ਜੀਵਨ ਜ਼ਿਆਦਾ ਪ੍ਰੇਮ ਹੈ, ਉਹੀ ਪ੍ਰੇਮ ਸਾਰਾ ਜੀਵਨ ਤਾਂ ਜਿਹੜਾ ਰਹਿੰਦਾ ਅੰਤ ਸਮੇਂ 'ਤੇ ਵੀ ਉਹਦਾ ਚੇਤਾ ਰਹਿ ਜਾਂਦਾ। ਅਗਰ ਅੰਤ ਸਮੇਂ 'ਤੇ ਕਿਸੇ ਮਨੁੱਖ ਦੀ ਸੋਚ ਮਾਇਕ ਪਦਾਰਥਾਂ ਵਿੱਚ ਰਹਿ ਗਈ, ਮਾਇਆ ਵਿੱਚ ਰਹਿ ਗਈ, ਗੁਰਬਾਣੀ ਦੱਸਦੀ ਹੈ ਅਗਲਾ ਜਨਮ ਮਨੁੱਖ ਨੂੰ ਸੱਪ ਦਾ ਮਿਲੇਗਾ। ਸੱਪ ਪਰਮੇਸ਼ਰ ਨੇ ਕਿਸੇ ਨਾਲ ਬੈਰ ਭਾਵਨਾ ਕਰਕੇ ਸੱਪ ਦੀ ਜੂਨ ਸਭ ਤੋਂ ਮਾੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। 5 ਜੂਨਾਂ ਲਿਖੀਆਂ ਨੇ ਸਭ ਤੋਂ ਭੈੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਗੁਰਮੰਤਰ ਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣੈ, ਕੂਕਰ ਹੈ ਸੂਕਰ ਹੈ ਗਰਦਵੈ ਕਾਕੈ ਸਰਪਨੈ ਤੁਲ ਖਲੈ, ਕਾਂ ਕੁੱਤੇ ਗਧੇ ਤੇ ਸੱਪ ਤੇ ਸੂਰ। ਇਹ 5 ਜੂਨਾਂ ਸਭ ਤੋਂ ਭੈੜੀਆਂ ਲਿਖੀਆਂ ਨੇ। ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਮਾਇਆ ਨੂੰ ਸਿਮਰਦਾ ਚਲੇ ਗਿਆ, ਸਭ ਤੋਂ ਮਾੜੀ ਜੂਨ ਸੱਪ ਦੀ ਉਹਨੂੰ ਮਿਲੇਗੀ। ਅੰਤ ਕਾਲ ਜੇ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਔਤਰੇ। ਦੁਆਬੇ ਦੇ ਅੰਦਰ ਵੱਡੇ ਵੱਡੇ ਮਹੱਲ ਬਣੇ ਹੋਏ ਨੇ, ਵੱਡੀਆਂ ਵੱਡੀਆਂ ਕੋਠੀਆਂ, ਸਭ ਸੁੰਨੀਆਂ ਪਈਆਂ ਨੇ, ਬੰਦਾ ਕੋਈ ਨਹੀਂ ਆ। ਅਗਰ ਸਤਿਗੁਰੂ ਜੀ ਕਹਿੰਦੇ ਮਹਿਲ ਮਾੜੀਆਂ ਦੇ ਅੰਦਰ ਕਿਸੇ ਮਨੁੱਖ ਦੀ ਸੋਚ ਬਣੀ ਰਹਿ ਗਈ, ਆਪਣੀਆਂ ਕੋਠੀਆਂ ਦੇ ਵਿੱਚ ਸੋਚ ਬਣੀ ਰਹਿ ਗਈ, ਅਗਲਾ ਜਨਮ ਪ੍ਰੇਤ ਦਾ ਮਿਲੇਗਾ। ਅੰਤ ਕਾਲ ਜੇ ਮੰਦਰ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੇ। ਬੜੇ ਬੜੇ ਮਹੱਲ ਨੇ ਦੁਆਬੇ ਦੇ ਅੰਦਰ, ਕਹਿੰਦੇ ਪ੍ਰੇਤ ਬਣ ਕੇ ਵਾਸਾ ਕਰੇਗਾ।
ਅੰਤ ਸਮੇਂ ਜੇ ਧੀਆਂ ਪੁੱਤਰਦਿਆਂ ਨੂੰ ਸਿਮਰਦਿਆਂ ਮਨੁੱਖ ਦੀ ਸਰੀਰ ਛੁੱਟ ਗਿਆ, ਜਿਹੜੀ ਸੂਰ ਦੀ ਜੂਨ ਸਭ ਤੋਂ ਪੈੜੀ ਹੈ। ਸਤਿਗੁਰੂ ਜੀ ਕਹਿੰਦੇ ਅੰਤ ਕਾਲ ਜੇ ਲੜ ਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਬਲ ਬਲ ਉਤਰੇ। ਸੂਰ ਦੀ ਜੂਨ ਪ੍ਰਾਪਤ ਹੋਵੇਗੀ। ਅੰਤ ਕਾਲ ਜੇ ਇਸਤਰੀ ਸਿਮਰੈ, ਅੰਤ ਸਮੇਂ ਮਨੁੱਖ ਇਸਤਰੀ ਨੂੰ ਆਵਾਜ਼ਾਂ ਮਾਰਦਿਆਂ ਸਰੀਰ ਛੁੱਟ ਗਿਆ। ਜੇ ਇਸਤਰੀ ਪੁਰਖ ਨੂੰ ਆਵਾਜ਼ਾਂ ਮਾਰਦਿਆਂ ਸਰੀਰ ਛੱਡ ਗਈ ਤਾਂ ਅਗਲਾ ਜਨਮ ਬੇਸਵਾ ਦਾ ਪ੍ਰਾਪਤ ਹੋਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗਨਕਾ ਦਾ ਜ਼ਿਕਰ ਆਉਂਦਾ ਹੈ। ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਸੁਰ ਧਾਰੂ। ਗਨਕਾ ਦਾ ਜ਼ਿਕਰ ਆਇਆ ਹੈ। ਗਨਕਾ ਦਾ ਪਿਛਲਾ ਜਨਮ ਤਪੱਸੀ ਸੀ, ਬੰਦਗੀ ਕੀਤੀ ਹੋਈ ਸੀ। ਕੇਵਲ ਤੇ ਕੇਵਲ ਇੱਕ ਵਾਸ਼ਨਾ ਕਰਕੇ ਹੀ ਗਨਕਾ ਨੂੰ ਅਗਲਾ ਜਨਮ ਬੇਸਵਾ ਦਾ ਮਿਲ ਗਿਆ। ਸਾਰਾ ਜੀਵਨ ਸ਼ਾਦੀ ਨਹੀਂ ਕਰਾਈ, ਸਿਮਰਨ ਕਰਦਿਆਂ ਬਤੀਤ ਹੋ ਗਿਆ। ਅੰਤ ਸਮੇਂ ਤੇ ਗਨਕਾ ਦਾ ਸਰੀਰ ਛੁੱਟਣ ਲੱਗਿਆ। ਪਹਿਲੇ ਜਨਮ ਦੇ ਵਿੱਚ ਤਾਂ ਜਦੋਂ ਵੈਦ ਨੂੰ ਸੱਦਿਆ, ਉਹਨਾਂ ਸਮਿਆਂ ਵਿੱਚ ਵੈਦ ਹੁੰਦੇ ਸਨ। ਵੈਦ ਨੇ ਬਾਂਹ ਫੜੀ, ਬਾਂਹ ਫੜ ਕੇ ਉਸਦੇ ਬਾਂਹ ਫੜਨ ਦੀ ਦੇਰ ਸੀ। ਗਨਕਾ ਦੇ ਮਨ ਵਿੱਚ ਆਇਆ ਬੇਸਵਾ। ਉਸ ਵੇਲੇ ਤਾਂ ਬੇਸਵਾ ਨਹੀਂ ਸੀ, ਉਸ ਵੇਲੇ ਤਪੱਸਿਆ ਕਰਨ ਵਾਲੀ ਰੂਹ ਸੀ। ਜਦੋਂ ਸਰੀਰ ਨੂੰ ਮਨੁੱਖ ਦਾ ਸਪਰਸ਼ ਹੋਇਆ ਤੇ ਉਹਦੇ ਅੰਦਰ ਇਹ ਭਾਵਨਾ ਆ ਗਈ ਕਿ ਮਨੁੱਖ ਦਾ ਤਾਂ ਸੁੱਖ ਹੀ ਬੜਾ ਹੈ, ਮਰਦ ਦਾ ਤਾਂ ਸੁੱਖ ਬੜਾ ਹੈ। ਮੈਂ ਸਾਰਾ ਜੀਵਨ ਸ਼ਾਦੀ ਨਹੀਂ ਕਰਾਈ, ਸਰੀਰ ਛੁੱਟ ਗਿਆ, ਅਗਲਾ ਜਨਮ ਬੇਸਵਾ ਦਾ ਮਿਲ ਗਿਆ। ਫਿਰ ਵੀ ਸਾਧੂ ਦੀ ਸੰਗਤ ਕੀਤੀ ਹੋਈ ਵਿਰਥੀ ਨਹੀਂ ਜਾਂਦੀ, ਆਪਣੀ ਕਮਾਈ ਕੀਤੀ ਹੋਈ ਕਦੀ ਵਿਰਥੀ ਨਹੀਂ ਜਾਂਦੀ। ਖੇਤੀ ਮਨੁੱਖ ਬੀਜ ਲੈਂਦਾ, ਕਈ ਵਾਰੀ ਬਿਰਥੀ ਚਲੇ ਜਾਂਦੀ ਹੈ। ਮਨੁੱਖ ਹੱਟੀ ਬਣਾ ਲੈਂਦਾ, ਹੱਟੀ ਪਾ ਲੈਂਦਾ, ਕਈ ਵਾਰੀ ਬਿਰਥੀ ਘਾਟਾ ਦਿਖਾੜ ਜਾਂਦੀ ਹੈ। ਸਾਧੂ ਦੀ ਸੰਗਤ ਕੀਤੀ ਹੋਈ, ਨਾਮ ਜਪਿਆ ਹੋਇਆ ਬਿਰਥਾ ਨਹੀਂ ਜਾਂਦਾ। ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਸਾਧੂਆਂ ਦੀ ਸੰਗਤ ਕੀਤੀ ਬਿਰਥੀ ਨਹੀਂ ਜਾਂਦੀ, ਨਾਮ ਜਪਿਆ ਹੋਇਆ ਬਿਰਥਾ ਨਹੀਂ ਜਾਂਦਾ। ਪਿਛਲਾ ਜਨਮ ਦਾ ਨਾਮ ਜਪਿਆ ਸੀ, ਕੇਵਲ ਤੇ ਕੇਵਲ ਇੱਕ ਵਾਸ਼ਨਾ ਰਹਿ ਗਈ, ਅਗਲਾ ਜਨਮ ਬੇਸਵਾ ਦਾ ਮਿਲ ਗਿਆ। ਫਿਰ ਵੀ ਰੱਬ ਦੀ ਕਿਰਪਾ ਹੋਈ। ਮਹਾਂਪੁਰਖ ਅਚਾਨ ਚੱਕ ਗਨਕਾ ਬਾੜੇ ਆਏ ਖਲੋਤਾ। ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ, ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ। ਮਹਾਂਪੁਰਖ ਅਚਾਨ ਚੱਕ ਗਨਕਾ ਬਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ ਹੱਥੋਂ, ਉਸਨੇ ਦਿੱਤੋ ਸਤੋਤਾ। ਮਹਾਂਪੁਰਸ਼ਾਂ ਦੇ ਦਰਸ਼ਨ ਹੋਏ, ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਪੈ ਗਈ। ਇੱਕ ਬਚਨ ਦੇ ਨਾਲ ਗਨਕਾ ਭਵ ਸਾਗਰ ਨੂੰ ਤਰ ਗਈ। ਪੁੰਨ ਤਾਂ ਕਰਮ ਪਿਛਲਾ ਹੀ ਸੀ, ਕੇਵਲ ਤੇ ਕੇਵਲ ਇੱਕ ਵਾਸ਼ਨਾ ਰਹਿ ਗਈ। ਸਤਯੁਗ ਦੇ ਅੰਦਰ ਇੱਕ ਜ਼ਿਕਰ ਆਉਂਦਾ ਹੈ, ਸਾਧ ਸੰਗਤ ਜੀ, ਬਲ ਰਾਜੇ ਦਾ ਜ਼ਿਕਰ ਆਉਂਦਾ ਹੈ। ਭੱਟਾਂ ਨੇ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ, ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਤ੍ਰੇਤੇ ਤੈ ਮਾਣਿਓ ਰਾਮ ਰਘਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ। ਉਗਰ ਸੈਨ ਕੋ ਰਾਜ ਆਪੈ ਭਗਤੈ ਜਨ ਦੀਓ। ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ। ਸਤਯੁਗ ਦੇ ਅੰਦਰ ਬੌਨੇ ਰੂਪ ਵਿੱਚ ਭਗਵਾਨ ਤਕਰੀਬਨ 3 ਫੁੱਟ ਦਾ 3.5 ਫੁੱਟ ਦਾ ਕੱਦ ਹੈ। ਬਹੁਤ ਸੁੰਦਰ ਸਰੂਪ ਹੈ। ਬਲ ਰਾਜੇ ਨੂੰ ਛੜਨ ਵਾਸਤੇ ਭਗਵਾਨ ਆ ਗਏ। 2.5 ਕਰਮਾਂ ਧਰਤੀ ਮੰਗੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ। 2.5 ਕਰਮਾਂ ਧਰਤੀ ਲੈਣ ਵਾਸਤੇ ਜਦੋਂ ਭਗਵਾਨ ਧਰਤੀ 'ਤੇ ਸਰੂਪ ਧਾਰਨ ਕੀਤਾ, 52 ਰੂਪ ਵਿੱਚ ਸੰਤਾਂ ਦੇ ਮਹਾਤਮਾ ਦੀ ਮੰਡਲੀ ਦੇ ਵਿੱਚੋਂ ਛੋਟਾ ਜਿਹਾ ਸਰੂਪ ਤੁਰਿਆ ਜਾ ਰਿਹਾ। ਸੜਕ ਦੇ ਵਿੱਚ ਇੱਕ ਮਹਾਤਮਾ ਦੀ ਮੰਡਲੀ ਹੈ ਤੇ ਛੋਟਾ ਜਿਹਾ ਸਰੂਪ ਭਗਵਾਨ ਦਾ, ਬ੍ਰਾਹਮਣ ਦਾ ਸਰੂਪ ਹੈ। ਪਿੱਛੇ ਬੋਦੀ ਛੱਡੀ ਹੋਈ ਹੈ, ਧੋਤੀ ਲਾਈ ਹੋਈ ਹੈ। ਬਹੁਤ ਸੁੰਦਰ ਸਰੂਪ ਹੈ। ਇੱਕ ਉਸ ਭੀੜ ਦੇ ਅੰਦਰ ਸਾਰੀ ਭੀੜ ਸੰਤਾਂ ਮਹਾਤਮਾ ਨੂੰ ਦਰਸ਼ਨ ਕਰਨ ਵਾਸਤੇ ਹੱਥ ਜੋੜ ਕੇ ਖੜੀ ਹੈ। ਉਹਦੇ ਵਿੱਚ ਇੱਕ ਐਸੀ ਆਤਮਾ ਖੜੀ ਹੈ। ਇੱਕ ਔਰਤ ਨੇ ਦੇਖਿਆ, ਛੋਟਾ ਜਿਹਾ ਬੱਚਾ ਜਾ ਰਿਹਾ, ਬੜਾ ਸੁੰਦਰ ਹੈ। ਐਸਾ ਬਾਲਕ ਜੇ ਮੇਰੇ ਪੈਦਾ ਹੋ ਜਾਂਦਾ ਤੇ ਮੈਂ ਇਹਨੂੰ ਦੁੱਧ ਚੁਗਾਉਂਦੀ। ਅੰਦਰ ਬਾਸ਼ਨਾ ਲੈ ਕੇ ਸਰੀਰ ਛੱਡ ਗਈ।
ਉਹ ਬਾਸ਼ਨਾ ਫਿਰ ਤ੍ਰੇਤਾ ਯੁੱਗ ਬੀਤਿਆ, ਔਰ ਤ੍ਰੇਤਾ ਯੁੱਗ ਬੀਤਣ ਤੋਂ ਬਾਅਦ ਦੁਆਪਰ ਯੁੱਗ ਦੇ ਅੰਦਰ ਉਹ ਔਰਤ ਫਿਰ ਏਡਾ ਵੱਡਾ ਤਾਂ ਪੁੰਨ ਨਹੀਂ ਸੀ ਕਿ ਭਗਵਾਨ ਉਹਦੇ ਜਨਮ ਲੈਂਦੇ, ਪਰ ਉਹ ਪੂਤਨਾ ਬਣ ਕੇ ਆਈ, ਭਗਵਾਨ ਕ੍ਰਿਸ਼ਨ ਨੂੰ ਦੁੱਧ ਚਗਾਇਆ ਔਰ ਸੱਚਖੰਡ ਵਿੱਚ ਉਸ ਪੂਤਨਾ ਦਾ ਵਾਸਾ ਹੋਇਆ। ਬਾਸ਼ਨਾ ਜਨਮ ਲੈ ਆਉਂਦੀਆਂ, ਬਾਸ਼ਨਾ ਦਾ ਵਧਾ ਹੋਇਆ ਸਰੀਰ ਮੁੜ ਮੁੜ ਕੇ ਮਨੁੱਖ ਨੂੰ ਜਨਮਾਂ ਦੇ ਵਿੱਚ ਲੈ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਲਾਹੌਰ ਦੇ ਵਿੱਚ ਗਏ। ਦੁਨੀ ਚੰਦ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੱਦਾ ਦਿੱਤਾ, ਮਹਾਰਾਜ ਮੇਰੇ ਪਿਤਾ ਜੀ ਦਾ ਸਰਾਧ ਹੈ। ਸਤਿਗੁਰੂ ਨਾਨਕ ਮਹਾਰਾਜ ਉੱਥੇ ਪਹੁੰਚੇ, ਬੜੇ ਬ੍ਰਾਹਮਣ ਆਏ, ਬੜਾ ਉਸਨੇ ਖਰਚਾ ਕੀਤਾ। ਅਖੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਪੁੱਛਣ ਲੱਗੇ, ਦੁਨੀ ਚੰਦ ਇਹ ਜਿਹੜਾ ਖਰਚਾ ਕੀਤਾ ਕਿਸ ਕਾਰਨ ਕੀਤਾ? ਕਹਿਣ ਲੱਗਿਆ, ਮਹਾਰਾਜ ਮੇਰੇ ਪਿਤਾ ਜੀ ਦਾ ਸਰਾਧ ਸੀ। ਸਤਿਗੁਰੂ ਜੀ ਕਹਿਣ ਲੱਗੇ, ਇਹ ਉਹਨੂੰ ਪਹੁੰਚ ਗਿਆ? ਕਹਿੰਦੇ ਹਾਂਜੀ ਪਹੁੰਚ ਗਿਆ ਜੀ। ਕਹਿੰਦੇ ਤੈਨੂੰ ਕਿੱਦਾਂ ਪਤਾ ਪਹੁੰਚ ਗਿਆ? ਕਹਿੰਦਾ ਜੀ ਜਿਹੜੇ ਬ੍ਰਾਹਮਣ ਛੱਕ ਕੇ ਗਏ ਉਹ ਕਹਿੰਦੇ ਪਹੁੰਚ ਗਿਆ। ਕਹਿਣ ਲੱਗੇ ਤੇਰਾ ਪਿਤਾ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ, ਅੱਜ 3 ਦਿਨ ਹੋ ਗਏ, ਉਹਨੂੰ ਸ਼ਿਕਾਰ ਕੋਈ ਨਹੀਂ ਮਿਲਿਆ। ਇੱਥੋਂ 5 ਮੀਲਾਂ ਤੇ ਇੱਕ ਮੜੇ ਦੇ ਥੱਲੇ ਲੰਮਾ ਪਿਆ। ਦੁਨੀ ਚੰਦ ਨੇ ਪੁੱਛਿਆ, ਮਹਾਰਾਜ ਮੇਰਾ ਪਿਤਾ ਤਾਂ ਧਾਰਮਿਕ ਸੀ, ਧਾਰਮਿਕ ਬਿਰਤੀ ਵਾਲਾ ਸੀ, ਉਸ ਨੂੰ ਮਹਾਰਾਜ ਬਘਿਆੜ ਦੀ ਜੂਨ ਕਿੱਦਾਂ ਮਿਲ ਗਈ? ਸਤਿਗੁਰੂ ਜੀ ਕਹਿਣ ਲੱਗੇ, ਜੇ ਮੈਂ ਦੱਸ ਦਿੱਤਾ ਤੂੰ ਮੇਰੇ ਤੇ ਵਿਸ਼ਵਾਸ ਨਹੀਂ ਕਰਨਾ, ਜਾਂ ਤੂੰ ਆਪਣੇ ਪਿਤਾ ਨੂੰ ਪੁੱਛ ਲਈ ਤੈਨੂੰ ਬਘਿਆੜ ਦੀ ਜੂਨ ਕਿੱਦਾਂ ਮਿਲੀ ਹੈ। ਕਹਿਣ ਲੱਗਾ, ਮਹਾਰਾਜ ਬਘਿਆੜ ਮਾਰ ਖੋਰਾ, ਮੈਨੂੰ ਖਾ ਜੂਗਾ। ਕਹਿਣ ਲੱਗੇ, ਜਦੋਂ ਤੇਰੇ ਦਰਸ਼ਨ ਕਰੂਗਾ ਉਹਦੀ ਬਿਰਤੀ ਬਦਲ ਜਾਊਗੀ, ਉਹਦੀ ਮਨੁੱਖ ਬੁੱਧੀ ਹੋ ਜਾਊਗੀ। ਮਹਾਂਪੁਰਸ਼ਾਂ ਦੇ ਦਰਸ਼ਨਾਂ ਦਾ ਪ੍ਰਭਾਵ ਹੈ, ਮਨ ਦੀ ਬਿਰਤੀ ਬਦਲ ਜਾਂਦੀ ਹੈ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਸਾਜੜੇ ਸਹੀ, ਹੋਂ ਟੁੱਟੇਂਦੀ ਜਗ ਸਵਾਇਆ, ਜਨ ਨਾਨਕ ਬਿਰਲੇ ਕਈ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਆ। ਤਿਸ ਕੇ ਦਰਸ ਸਭ ਪਾਪ ਮਿਟਾਵੇ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ। ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਐਸੇ ਜਨ ਦੇ ਪੈਰਾਂ ਦੀ ਪੂਜਾ ਕਰੋ। ਜਿਨ੍ਹਾਂ ਦੇ ਦਰਸ਼ਨ ਕਰਦਿਆਂ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਤੈਨੂੰ ਕੁਛ ਨਹੀਂ ਕਹੂਗਾ, ਉਹਦੀ ਬੁੱਧੀ ਨਿਰਮਲ ਹੋ ਜਾਊਗੀ। ਬੰਦਿਆਂ ਵਾਲੀ ਬੁੱਧੀ ਤਰਨਾ, ਬੰਦਿਆਂ ਵਾਲੀ ਬੋਲੀ ਵਿੱਚ ਗੱਲ ਕਰੂਗਾ। ਖੀਰ ਕੜਾਹ ਲੈ ਗਿਆ, ਦਾਲਾਂ ਸਬਜ਼ੀਆਂ ਲੈ ਗਿਆ। ਭਾਵੇਂ ਬਘਿਆੜ ਦੇ ਖਾਣ ਦਾ ਭੋਜਨ ਤਾਂ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਦਾ ਵਚਨ ਮੰਨ ਕੇ, ਜਿਨ੍ਹਾਂ ਦੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਖੜੀ ਹੈ, ਜਿਨ੍ਹਾਂ ਦੇ ਦਰਸ਼ਨ ਕਰਦੇ ਬੜੇ ਬੜੇ ਪਾਪੀ, ਬੜੇ ਬੜੇ ਜਿਹੜੇ ਆਦਮਖੋਰ ਬੰਦੇ ਸਨ, ਗੁਰੂ ਨਾਨਕ ਸਾਹਿਬ ਦੇ ਪੈਰਾਂ ਤੇ ਡਿੱਗ ਪਏ। ਜਾ ਕੇ 5 ਮੀਲਾਂ ਤੇ ਦੱਸੇ ਇੱਕ ਮੜੇ ਦੇ ਥੱਲੇ ਬੜੀ ਵੱਡੀ ਬਘਿਆੜ ਦੀ ਲਾਸ਼ ਪਈ ਹੈ। ਉਹਨੇ ਪਦਾਰਥ ਰੱਖਿਆ, ਆਵਾਜ਼ ਮਾਰੀ, ਪਿਤਾ ਜੀ ਪ੍ਰਸ਼ਾਦਾ ਛਕ ਲਓ। ਬਘਿਆੜ ਉੱਠਿਆ, ਆ ਕੇ ਪ੍ਰਸ਼ਾਦ ਛਕਿਆ। ਪੁੱਛਣ ਲੱਗਿਆ, ਪਿਤਾ ਜੀ ਤੁਹਾਨੂੰ ਇਹ ਜੂਨ ਕਿੱਦਾਂ ਮਿਲੀ ਹੈ? ਤੁਸੀਂ ਤਾਂ ਬੜੇ ਧਾਰਮਿਕ ਬੰਦੇ ਸੀ, ਮਾਸਾਹਾਰੀ ਜੂਨ ਕਿੱਦਾਂ ਮਿਲ ਗਈ? ਤੇ ਉਸ ਵੇਲੇ ਦੁਨੀ ਚੰਦ ਦੇ ਪਿਤਾ ਨੇ ਇਹ ਬਚਨ ਕੀਤਾ, ਪੁੱਤਰ ਮੈਂ ਭਾਵੇਂ ਧਾਰਮਿਕ ਸੀ, ਮੰਦਰ ਤੇ ਵੀ ਜਾਂਦਾ ਸੀ, ਪੂਜਾ ਵੀ ਕਰਦਾ ਸੀ, ਅੰਤ ਸਮੇਂ ਜਦੋਂ ਮੇਰਾ ਸਰੀਰ ਛੁੱਟਣ ਲੱਗਿਆ, ਗੁਆਂਢ ਕਿਸੇ ਦੇ ਮਾਸ ਰਿੱਝਦਾ ਸੀ। ਉਹ ਮਾਸ ਵਿੱਚ ਮਸਾਲੇ ਪਾਏ ਹੋਏ ਸੀ। ਉਹਦੀ ਵਾਸ਼ਨਾ ਜਦੋਂ ਮੇਰੇ ਨੱਕ ਤੱਕ ਪਹੁੰਚੀ, ਮੇਰੇ ਮਨ ਦੀ ਬਿਰਤੀ ਸੋਚਿਆ ਵੀ ਇਹ ਚੀਜ਼ ਖਾਣ ਵਾਸਤੇ ਮਿਲ ਜਾਵੇ। ਮੇਰੀ ਮਾਸ ਵਿੱਚ ਸੁਰਤੀ ਚਲੇ ਗਈ, ਮਾਸਾਹਾਰੀ ਜੂਨ ਮਿਲ ਗਈ ਹੈ। ਅੱਜ ਜਿਹੜੇ ਬੜੇ ਬੜੇ ਖੁਸ਼ਕ ਬਿਰਤੀ ਵਾਲੇ, ਖੁਸ਼ਕ ਗਿਆਨ ਦੇਣ ਵਾਲੇ ਸ਼ਹਿਰਾਂ ਪਿੰਡਾਂ ਵਿੱਚ ਮਾਸ ਕਰਕੇ ਗੱਲਾਂ ਕਰਦੇ, ਉਹਨਾਂ ਨੂੰ ਇਹ ਗਿਆਨ ਹੀ ਨਹੀਂ ਹੈ ਕਿ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਕਹਿੰਦਾ, ਪੁੱਤਰ ਮੈਨੂੰ ਹੁਣ ਤੈਨੂੰ ਪੂਰੇ ਗੁਰੂ ਦਾ ਦਰਸ਼ਨ ਹੋਇਆ, ਤੇਰਾ ਦਰਸ਼ਨ ਕਰਕੇ ਮੇਰਾ ਭਲਾ ਹੋ ਜਾਊਗਾ। ਹੁਣ ਮੇਰਾ ਸਰੀਰ ਛੁੱਟ ਜਾਣਾ, ਮੇਰਾ ਭਲਾ ਹੋ ਜਾਊਗਾ। ਜਿੱਥੋਂ ਮੈਂ ਕਲਾਸ ਛੱਡੀ ਸੀ ਉੱਥੋਂ ਹੀ ਫੇਰ ਸ਼ੁਰੂ ਹੋ ਜਾਊਗੀ। ਬੜੇ ਬੜੇ ਜਨਮ ਲੱਗ ਜਾਂਦੇ ਆ, ਬੜੇ ਬੜੇ ਪਿਛਲਾ ਪਿਛੋਕੜ ਇਤਿਹਾਸ ਖੋਲ੍ਹ ਕੇ ਦੇਖੋ। ਗੁਰੂ ਨਾਨਕ ਸਾਹਿਬ ਤੋਂ ਵਿਛੜਿਆ ਹੋਇਆ ਮੂਲਾ
200 ਸਾਲ ਦਾ ਸਮਾਂ ਲੱਗਿਆ, ਟੇਢੀਆਂ ਜੂਨਾਂ ਵਿੱਚ ਘੁੰਮਦਾ ਰਿਹਾ। ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਹੈ, ਉਹਨਾਂ ਦੇ ਨਾਲ ਜੁੜੀਆਂ ਹੋਈਆਂ ਆਤਮਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚੋਂ ਬਖਸ਼ਿਸ਼ਾਂ ਲੈ ਕੇ ਵੱਡੇ ਵੱਡੇ ਮਹਾਂਪੁਰਸ਼ ਜਿਨੀ ਵੱਡਿਆਂ ਵੱਡਿਆਂ ਪਾਪੀਆਂ 'ਤੇ ਦ੍ਰਿਸ਼ਟੀ ਕਰਕੇ ਭਾਵ ਨੂੰ ਉਤਾਰ ਦਿੱਤੇ। ਜੀਵਨ ਮੁਕਤ ਪੁਰਸ਼ਾਂ ਦੇ ਲੱਛਣ ਗੁਰਬਾਣੀ ਨੇ ਦੱਸੇ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸਊ ਕਹਾਵੈ। ਪਰਮੇਸ਼ਰ ਦੀ ਆਗਿਆ ਨੂੰ ਹਿਤ ਕਰਕੇ ਪਿਆਰ ਕਰਕੇ ਮੰਨ ਲਵੇ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਪਿਆਰ ਕਰਕੇ ਮੰਨ ਲਵੇ, ਉਹ ਜੀਵਨ ਮੁਕਤ ਹੈ। ਬੰਦਾ ਮਰ ਕੇ ਮੁਕਤ ਨਹੀਂ ਹੁੰਦਾ ਸਾਧ ਸੰਗਤ ਜੀ, ਜੀਵਦਾ ਹੀ ਮੁਕਤ ਹੈ, ਉਹ ਬੰਦਾ ਮੁਕਤ ਹੈ। ਆਪਾਂ ਕਹਿ ਦਿੰਦੇ ਮਹਾਰਾਜ ਚਰਨਾਂ 'ਚ ਨਿਵਾਸ ਬਖਸ਼ੀ ਹੈ, ਤੁਸੀਂ ਬੈਠੇ ਹੋ ਚਰਨਾਂ ਵਿੱਚ ਗੁਰੂ ਦੇ। ਇਹ ਹੈ ਕਿ ਮੁੜ ਕੇ ਮਾਨਸ ਜੋਨੀ ਮਾਰਾ ਦੇ ਦੀ, ਮੁੜ ਕੇ ਫੇਰ ਤੇਰੇ ਚਰਨਾਂ 'ਚ ਆ ਜਾਊਗਾ। ਇੱਥੇ ਕੁੱਤਾ ਬਿੱਲਾ ਤੁਸੀਂ ਅੰਦਰ ਆਉਣ ਨਹੀਂ ਦੇਣਾ, ਹੋਰ ਕੋਈ ਆਉਣਾ ਨਹੀਂ, ਕੇਵਲ ਤੇ ਕੇਵਲ ਬੰਦਾ ਹੀ ਗੁਰੂ ਦੀ ਹਾਜ਼ਰੀ 'ਚ ਬੈਠੂਗਾ। ਮਹਾਰਾਜ ਮੁੜ ਕੇ ਮਾਨਸ ਜੋਨੀ ਸਮਾਂ ਬਖਸ਼ੋ ਜੀ, ਮੁੜ ਕੇ ਫਿਰ ਤੁਹਾਡੇ ਚਰਨਾਂ ਵਿੱਚ ਆ ਕੇ ਬੈਠੂਗਾ। ਇਸ ਕਰਕੇ ਅਰਦਾਸ ਕਰਨ ਵਾਸਤੇ ਆਏ ਹਾਂ, ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ। ਮਹਾਰਾਜ ਵਿਛੜ ਚੁੱਕੀ ਆਤਮਾ, ਕਈ ਵਾਰੀ ਜੀਵਨ ਯਾਤਰਾ ਕਰਦੇ ਹਾਂ ਮਹਾਰਾਜ, ਮਨੁੱਖ ਤੋਂ ਭੁੱਲਾਂ ਹੋ ਜਾਂਦੀਆਂ, ਬਾਸ਼ਨਾ ਰਹਿ ਜਾਂਦੀਆਂ, ਬਖਸ਼ਿਸ਼ ਕਰਕੇ ਮੁੜ ਕੇ ਮਾਨਸ ਜੋਨੀ ਬਖਸ਼ ਦਿਓ।